ਕਰਦੇ ਆ ਨੋਇਡਾ ਦੇ ਟਵਿਨ ਟਾਵਰਸ ਦੀ। ਨੋਇਡਾ ਦੇ ਟਵਿਨ ਟਾਵਰ ਨੂੰ ਢਾਉਣ ਨਾਲ ਜੋ ਧੂੜ ਮਿੱਟੀ ਨਿਕਲੇਗੀ ਉਸ ਨਾਲ ਨਿਪਟਣ ਦੇ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ। ਰਿਪੋਰਟ ਦਿਖਾਉਂਦੇ ਹਾਂ। ਟਵਿਨ ਟਾਵਰਸ ਨੂੰ ਢਾਉਣ ਤੋਂ ਬਾਅਦ ਆਸ-ਪਾਸ ਧੂੜ ਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਲਈ 15 ਜਗ੍ਹਾ ਤੇ ਐਂਟੀ ਸਮੋਕ ਗਨ ਦੇ ਨਾਲ ਇੱਕ ਵਾਟਰ टैंकर ਦਾ ਵੀ ਪ੍ਰਬੰਧ ਕੀਤਾ ਗਿਆ ਹੈ। को लेकर जो तैयारियां हैं वो तमाम देखने को मिल रही हैं। और अगर हम वायु प्रदूषण की बात करें, क्योंकि बार बार कहा जा रहा है कि जिस तरीके से ध्वस्त होगा उससे 5 गुना जो है वो प्रदूषण जो है वो बढ़ जाएगा, तो इसको लेकर एंटी स्मोक गन के इंतजाम किए गए हैं। ये पहला एंटी स्मोक गन यहाँ लाया गया है और कल ये पूरे टावर पर जो है काफी सारे एंटी स्मोक गन लगाए जाएंगे। ਜਦੋਂ ਟਾਵਰਸ ਨੂੰ ਢਾਇਆ ਜਾਏਗਾ ਤਾਂ ਲਗਭਗ 28,000 ਟਨ ਮਲਬਾ ਹੋਏਗਾ। टावर ਨੂੰ ਜ਼ਮੀਨਦੋਜ਼ ਕਰਨ ਵਾਲੀ ਕੰਪਨੀ ਐਡੀਫਿਸ ਇੰਜੀਨੀਅਰਿੰਗ ਖੁਦ ਮਲਬੇ ਨੂੰ ਪ੍ਰੋਸੈਸ ਕਰਾਏਗੀ। ਕੰਪਨੀ ਵੱਲੋਂ ਦੱਸਿਆ ਗਿਆ ਕਿ ਮਲਬੇ ਨੂੰ ਚੱਕਣ 'ਚ ਘੱਟੋ-ਘੱਟ 3 ਮਹੀਨੇ ਦਾ ਸਮਾਂ ਲੱਗੇਗਾ। ਤੇ ਇਹ ਜਿਹੜੇ ਦੋ ਟਾਵਰ ਨਜ਼ਰ ਆ ਰਹੇ ਨੇ ਇਹ ਮਹਿਜ 12 ਸੈਕਿੰਡ ਦੇ ਵਿੱਚ ਜ਼ਮੀਨਦੋਜ਼ ਕਰ ਦਿੱਤੇ ਜਾਣਗੇ। 12 ਸੈਕਿੰਡ 'ਚ ਇਹਨਾਂ ਨੂੰ ਢਾਇਆ ਜਾਵੇਗਾ। ਐਤਵਾਰ ਨੂੰ 2:30 ਵਜੇ ਦਾ ਸਮਾਂ ਰੱਖਿਆ ਗਿਆ ਔਰ ਕਿਉਂਕਿ ਆਸ-ਪਾਸ ਜਿਹੜੇ ਲੋਕ ਰਹਿੰਦੇ ਨੇ ਮਲਬੇ ਦੇ ਨਾਲ ਧੂੜ ਮਿੱਟੀ ਨਾਲ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਉਸ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਨੇ, ਕਿਉਂਕਿ ਕਈ ਮਹੀਨੇ ਲੱਗਣੇ ਨੇ ਇਸ ਦਾ ਮਲਬਾ ਚੱਕਣ ਦੇ ਵਿੱਚ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਅਗਲੀ ਖਬਰ, ਗੋਲਡਨ ਟੈਂਪਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਐਤਵਾਰ ਨੂੰ ਮਨਾਇਆ ਜਾਏਗਾ। ਇਸ ਨੂੰ ਲੈ ਕੇ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ। ਪੂਰੇ ਦੇਸ਼ 'ਚ ਅੱਡ-ਅੱਡ ਥਾਵਾਂ ਤੋਂ ਪਹੁੰਚੇ 300 ਤੋਂ ਜ਼ਿਆਦਾ ਕਾਰੀਗਰ ਦਿਨ ਰਾਤ ਗੋਲਡਨ ਟੈਂਪਲ ਨੂੰ ਸਜਾਉਣ 'ਚ ਜੁਟੇ ਨੇ। ਇਸ ਸਾਲ ਗੋਲਡਨ ਟੈਂਪਲ ਨੂੰ 115 ਕਿਸਮ ਦੇ 110 ਟਨ ਫੁੱਲਾਂ ਦੇ ਨਾਲ ਸਜਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ ਸਮਾਗਮ ਹੋਣ ਜਾ ਰਹੇ ਨੇ ਉਸ ਤੋਂ ਪਹਿਲਾਂ ਹਰਮੰਦਰ ਸਾਹਿਬ ਦਾ ਪੂਰਾ ਚੌਗਿਰਦਾ ਸੁੰਦਰ ਫੁੱਲਾਂ ਦੇ ਨਾਲ ਸਜਾ ਦਿੱਤਾ ਗਿਆ। 200 ਦੇ ਕਰੀਬ ਇਹ ਜਿਹੜੇ ਕਾਰੀਗਰ ਨੇ ਇਹ ਇਸ ਤਰੀਕੇ ਦੀ ਸਜਾਵਟ ਕਰ ਰਹੇ ਨੇ ਕਿ ਪੂਰਾ ਜਿਹੜਾ ਚੌਗਿਰਦਾ ਭਾਵੇਂ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਹੈ ਉਸ ਦੀ ਗੱਲ ਕਰੀਏ ਜਾਂ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਾਂ ਉਸ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ। ਜੇ ਫੁੱਲਾਂ ਦੀ ਗੱਲ ਕਰੀਏ ਤਾਂ 7 ਮੁਲਕਾਂ ਤੋਂ ਇਹ ਖਾਸ ਤੌਰ ਤੇ ਫੁੱਲ ਜਿਹੜੇ ਨੇ ਉਹ ਮੰਗਵਾਏ ਗਏ ਨੇ। ਤਾਂ ਕਾਰੀਗਰ ਜਿਹੜੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ। ਬਹੁਤ ਜ਼ਿਆਦਾ ਮਨ ਖੁਸ਼ ਹੋਇਆ। ਆਪਾਂ ਹਰ ਮਹੀਨੇ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ। ਬਹੁਤ ਖੂਬਸੂਰਤ ਆ ਤੇ ਸ਼ਾਂਤੀ ਮਿਲਦੀ ਆ। ਬਿਲਕੁਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਐਤਵਾਰ ਸਵੇਰੇ ਅੰਮ੍ਰਿਤਸਰ 'ਚ ਨਗਰ ਕੀਰਤਨ ਕੱਢਿਆ ਜਾਏਗਾ। ਇਸ ਪਾਵਨ ਮੌਕੇ ਦੇ ਲਈ ਗੋਲਡਨ ਟੈਂਪਲ 'ਚ ਫੁੱਲਾਂ ਦੀ ਖੂਬਸੂਰਤ ਸਜਾਵਟ ਕੀਤੀ ਜਾ ਰਹੀ ਹੈ। ਗੁਰੂ ਘਰ, ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਸਜਾਏ ਜਾਣਗੇ। ਇਸ ਦੌਰਾਨ ਸਿੱਖ ਪਰੰਪਰਾਵਾਂ ਨੂੰ ਦਰਸਾਉਂਦਾ ਨੌਜਵਾਨਾਂ ਦਾ ਗੱਤਕਾ ਮੁਕਾਬਲਾ ਸ਼ਰਧਾਲੂਆਂ ਦੇ ਖਾਸ ਖਿੱਚ ਦਾ ਕੇਂਦਰ ਰਹਿਣ ਵਾਲਾ ਹੈ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਵੀ ਇਸੇ ਉਤਸਵ ਦੇ ਨਾਲ ਜੁੜਿਆ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ ਸੀ? ਇਹ ਸਵਾਲ ਹੈ ਸਾਡਾ ਅੱਜ ਦਾ ਔਰ ਆਪਸ਼ਨਸ ਨੇ 1601, 1603, 1604 ਤੇ 1607। ਇਸ ਸਵਾਲ ਦਾ ਜਵਾਬ ਅਸੀਂ ਇਸੇ ਐਪੀਸੋਡ ਦੇ ਵਿੱਚ ਆਖਿਰ ਤੇ ਦੇਵਾਂਗੇ। ਸਵਾਲ ਇੱਕ ਵਾਰੀ ਫਿਰ ਦੱਸ ਦਿੰਨੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ ਸੀ? ਆਪਸ਼ਨਸ ਨੇ A 1601, B 1603, C 1604 ਤੇ D 1607। ਆਖਿਰ ਤੇ ਅਸੀਂ ਇਸ ਦਾ ਜਵਾਬ ਦੇਵਾਂਗੇ। ਬਰਮਿੰਗਮ ਦੇ ਵਿੱਚ ਕਾਮਨਵੈਲਥ ਗੇਮਸ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਚੰਡੀਗੜ੍ਹ 'ਚ ਹੋਏ ਪ੍ਰੋਗਰਾਮ 'ਚ ਸੀਐਮ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ 23 ਖਿਡਾਰੀਆਂ ਨੂੰ ਕੈਸ਼ ਪ੍ਰਾਈਜ਼ ਦਿੱਤਾ। ਇਸ ਵਿੱਚ ਸਿਲਵਰ ਮੈਡਲਿਸਟ ਨੂੰ 50 ਲੱਖ, ਬ੍ਰੌਂਜ਼ ਮੈਡਲਿਸਟ ਨੂੰ 40 ਲੱਖ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਕਾਮਨਵੈਲਥ ਗੇਮ 'ਚ ਹਿੱਸਾ ਲੈਣ ਵਾਲੇ ਬਾਕੀ ਖਿਡਾਰੀਆਂ ਨੂੰ ਵੀ 5-5 ਲੱਖ ਰੁਪਏ ਦਿੱਤੇ ਗਏ। मैं 100 मीटर भजना, मैं 200 मीटर भजना, मैं बॉक्सिंग करनी है। उसे करके असी 29 अगस्त तो शुरू कर रहे हैं। खेडां वतन पंजाब में ते वो अक्तूबर तक चलणगीਆਂ। ਇਸ ਮੌਕੇ ਤੇ ਸੀਐਮ ਨੇ ਇਹ ਵੀ ਕਿਹਾ ਕਿ ਅਸੀਂ ਐਸਾ ਮਾਹੌਲ ਬਣਾ ਕੇ ਦੇਵਾਂਗੇ ਕਿ ਪਲੇਅਰ ਨੂੰ ਪਰਿਵਾਰ ਦੀ ਚਿੰਤਾ ਨਾ ਕਰਨੀ ਪਏ। ਪੰਜਾਬ ਦੇ ਕਈ ਪਲੇਅਰ ਹਰਿਆਣਾ ਤੋਂ ਖੇਡਦੇ ਸੀ ਪਰ ਹੁਣ ਅਜਿਹਾ ਨਹੀਂ ਹੋਏਗਾ। ਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਆਮ ਤੌਰ ਤੇ ਖਿਡਾਰੀ ਇਸ ਇਨਾਮ ਰਾਸ਼ੀ ਦੀ ਉਡੀਕ ਕਰਦੇ ਰਹਿੰਦੇ ਨੇ, ਸਰਕਾਰਾਂ ਦੇ ਦਰ ਤੇ ਜਾਂਦੇ ਨੇ। ਕਈ ਵਾਰ ਨਿਰਾਸ਼ਾ ਹੱਥ ਲੱਗਦੀ ਹੈ ਤਾਂ ਫਿਰ ਉਹ ਨਿਰਾਸ਼ਾ ਉਹਨਾਂ ਦੀ ਖੇਡ ਤੇ ਅਸਰ ਪਾਉਂਦੀ ਹੈ। ਪਰ ਜਦੋਂ ਸਮੇਂ ਰਹਿੰਦੇ
ਉਹਨਾਂ ਦੀ ਉਸ ਪਰਫਾਰਮੈਂਸ ਨੂੰ ਆਂਕਿਆ ਜਾਵੇ ਔਰ ਉਹਨਾਂ ਦੀ ਉਸ ਪਰਫਾਰਮੈਂਸ ਦਾ ਮੁੱਲ ਪਾਇਆ ਜਾਵੇ ਤਾਂ ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ, ਫਗਵਾੜਾ ਜਲੰਧਰ ਰੋਡ ਤੇ ਤੇਜ਼ ਰਫ਼ਤਾਰ ਕਾਰ ਇੱਕ ਟਰੱਕ ਦੇ ਨਾਲ ਟਕਰਾ ਗਈ। ਹਾਦਸੇ 'ਚ ਕਾਰ ਸਵਾਰ ਦੋਨਾਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਦੋਨੇ ਨੌਜਵਾਨ ਇੱਕ ਆਸ਼ਰਮ ਦੇ ਸੇਵਾਦਾਰ ਦੱਸੇ ਜਾ ਰਹੇ ਨੇ। ਜਾਣਕਾਰੀ ਦੇ ਮੁਤਾਬਕ ਇਹ ਕਾਰ ਤੋਂ ਚੰਡੀਗੜ੍ਹ ਬਾਈਪਾਸ ਵੱਲ ਜਾ ਰਹੇ ਸੀ ਕਿ ਸੜਕ ਦੇ ਵਿਚਾਲੇ ਖੜੇ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇੱਕ ਡਰਾਈਵਰ ਨੇ ਆਪਦਾ ਟਰੱਕ ਰੌਂਗ ਪਾਰਕ ਕਰ ਦਿੱਤਾ ਤੇ ਉਹਦੇ 'ਚ ਗੱਡੀ ਪਿੱਛੋਂ ਆ ਕੇ ਵੱਜੀ ਹੈ। ਦੋ ਮੁੰਡੇ ਸੀਗੇ ਗੱਡੀ 'ਚ, ਕਰੋਲਾ ਗੱਡੀ ਸੀਗੀ। ਇੱਥੇ ਇੱਕ ਨੇਤਰਹੀਨ ਆਸ਼ਰਮ ਹੈ ਸਪਰੋਲ, ਉੱਥੇ ਉਹ ਸੇਵਾ ਕਰਦੇ ਸੀ ਤਾਂ ਮੌਕੇ ਤੇ ਉਹਨਾਂ ਦੀ ਇੰਜਰੀ ਦੇ ਨਾਲ ਡੈਥ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੈ ਜੀ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੈ ਤੇ ਟਰੱਕ ਨੂੰ ਕਾਬੂ ਕਰ ਲਿਆ ਗਿਆ। ਤੇ ਖਬਰ ਹੁਸ਼ਿਆਰਪੁਰ ਤੋਂ, ਜਿੱਥੇ ਪੀਐਨਬੀ ਦੇ ਏਟੀਐਮ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਤੇ ਕਰੀਬ 17 ਲੱਖ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ। ਮਾਮਲਾ ਹੁਸ਼ਿਆਰਪੁਰ ਦੇ ਪਿੰਡ ਭਾਮ ਦਾ ਹੈ। ਰਾਤ ਦੇ ਕਰੀਬ 2:45 ਵਜੇ ਗੈਸ ਕਟਰ ਲੈ ਕੇ ਦੋ ਨਕਾਬਪੋਸ਼ ਏਟੀਐਮ ਦੇ ਅੰਦਰ ਆਉਂਦੇ ਨੇ। ਇਹਨਾਂ ਚੋਂ ਇੱਕ ਗੈਸ ਕਟਰ ਦੀ ਮਦਦ ਨਾਲ ਮਸ਼ੀਨ ਕੱਟਣੀ ਸ਼ੁਰੂ ਕਰ ਦਿੰਦਾ ਹੈ ਤੇ ਦੂਸਰਾ ਕੈਮਰਿਆਂ ਤੇ ਕਿਸੇ ਤਰ੍ਹਾਂ ਦੀ ਸਪਰੇਅ ਮਾਰਦਾ ਹੈ। ਕੁਝ ਮਿੰਟਾਂ 'ਚ ਇਹ ਲੁਟੇਰੇ ਕਰੀਬ 17 ਲੱਖ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਜਾਂਦੇ ਨੇ। 3 ਵਜੇ ਉਹਨਾਂ ਨੇ ਕਿਹਾ ਤੁਹਾਡਾ ਜਿਹੜਾ ਸੀ ਏਟੀਐਮ ਭਾਵਰਾਜ ਦਾ ਉਹ ਉੱਠ ਲਿਆਗਾ। ਪਹਿਲਾਂ 2 ਲੱਖ ਕੱਲ੍ਹ ਅਸੀਂ ਕੈਸ਼ ਪਾਇਆ 3,90,000 ਵੀ, ਟੋਟਲ ਅਮਾਊਂਟ ਸੀ 7 ਲੱਖ ਜੋ ਨਿਕਲੀ ਹੈਗੀ ਆ। ਲੁਟੇਰੇ ਆਪਣੇ ਨਾਲ ਲੁੱਟ ਦੇ ਲਈ ਪੂਰਾ ਸਮਾਨ ਲੈ ਕੇ ਆਏ ਸੀ, ਗੈਸ ਕਟਰ ਤੋਂ ਲੈ ਕੇ ਸਪਰੇਅ ਤੱਕ। ਗੈਸ ਕਟਰ ਦਾ ਸਿਲੰਡਰ ਲੁਟੇਰਿਆਂ ਨੇ ਬਾਹਰ ਖੜੀ ਕਾਰ 'ਚ ਰੱਖਿਆ ਸੀ। ਡਨ। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਕਰਨਾਲ ਤੋਂ ਹੈ। ਕਰਨਾਲ ਦੀ ਮਾਨ ਕਲੋਨੀ 'ਚ ਇੱਕ ਘਰ ਦੇ ਬਾਹਰ ਖੜੀ ਕਰੇਟਾ ਗੱਡੀ ਨੂੰ ਚੋਰ ਟੋ ਕਰਕੇ ਲੈ ਗਏ। ਚੋਰ ਨੇ ਕਰੇਟਾ ਨੂੰ i20 ਕਾਰ ਨਾਲ ਟੋ ਕੀਤਾ। ਚੋਰੀ ਦੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। 4 ਤੋਂ 5 ਚੋਰ ਸੀਸੀਟੀਵੀ ਫੁਟੇਜ 'ਚ ਨਜ਼ਰ ਆ ਰਹੇ ਨੇ। ਸਾਰਿਆਂ ਨੇ ਮੂੰਹ ਤੇ ਨਕਾਬ ਪਾਏ ਹੋਏ ਸੀ। i20 ਕਾਰ 'ਚ ਆਏ ਚੋਰ ਕੁਝ ਹੀ ਮਿੰਟਾਂ 'ਚ ਕਰੇਟਾ ਗੱਡੀ ਨੂੰ ਲੈ ਕੇ ਚੱਲਦੇ ਬਣੇ। ਸਵੇਰੇ ਕਾਰ ਦਾ ਮਾਲਕ ਉੱਠਿਆ ਤਾਂ ਉਸਨੇ ਦੇਖਿਆ ਕਿ ਉਸਦੀ ਗੱਡੀ ਉੱਥੇ ਮੌਜੂਦ ਨਹੀਂ ਹੈ। ਕਾਰ ਮਾਲਕ ਪਹਿਲਾਂ ਗੁਆਂਢੀਆਂ ਦੇ ਕੋਲ ਗਿਆ, ਉਹਨਾਂ ਨੂੰ ਦੱਸਿਆ ਤੇ ਫਿਰ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। के गली के और वो i20 में जो कि कैमरे के माध्यम से दिखाई दे रहा है पूरा क्लियर। उसमें 4 से 5 बंदे हैं, उनकी थोड़ा फेस क्लियर नहीं हो रहा। हाँ, ढक रखे, जबकि गाड़ी क्लियर है। i20 में आए और उसको टोचन अगले कैमरे में देखा तो उसमें टोचन करके ले गए। 6 बंदे आई थिंक जो देखने में आ रहा है, जिसमें से कि एक बंदे का हल्का सा विजिबल भी हो रहा है, लेकिन वो कैमरे को देख के अपना मूव ऑन कर लेता है वहाँ से। रात 11 बजे तक हम बाहर बैठे थे, उस टाइम कोई दिक्कत नहीं थी। अब सुबह 6 बजे उठ के मैंने देखा तो बाहर गाड़ी नहीं मिली। तो उसके बाद फिर मैंने अपने सभी पड़ोसियों को, भाइयों को उठाया, उनको बोला, फिर हम इधर उधर फिरे। फिर PCR को फ़ोन किया 112 पे, वो आ गए। उन्होंने फुटेज वगैरह चेक करी, उसकी वीडियो बनाई और फिर हम रामनगर थाने में गए। वहाँ पे ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਦੇ ਸਾਬਰਮਤੀ ਤੱਟ ਤੇ ਖਾਦੀ ਉਤਸਵ ਨੂੰ ਸੰਬੋਧਨ ਕਰ ਆਪਣੇ 2 ਦਿਨਾਂ ਗੁਜਰਾਤ ਦੌਰੇ ਦੀ ਸ਼ੁਰੂਆਤ ਕੀਤੀ। ਖਾਦੀ ਉਤਸਵ ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਖਾਦੀ ਦੇ ਮਹੱਤਵ ਨੂੰ ਦਰਸਾਉਣ ਦੇ ਲਈ ਕੇਂਦਰ ਦੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ ਔਰ ਇੱਕ ਅਨੂਠਾ ਆਯੋਜਨ ਹੈ। ਇਸ ਪ੍ਰੋਗਰਾਮ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ खुद भी चरखा कटते हुए नजर आए। साबरमती तट ते आयोजित किए जा रहे इस उत्सव च गुजरात के ਵੱਖ-ਵੱਖ ਜ਼ਿਲ੍ਹਿਆਂ ਦੀਆਂ 7500 महिला खादी कारीगਰਾਂ ने एक ही समय ते चरखा कत्या। खादी उत्सव च चरखा चलाउण ਨੂੰ ਭਾਵੁਕ पल करार दिंदे हुए पीएम मोदी ने कहा कि अज मैनू बचपन की याद ताजा हो गई, मेरे घर च सारियां चीज़ां मौजूद रहिंदियां सी। मेरे लिए आज ये चरखा चलाना कुछ भावुक पल भी थी। मुझे मेरे बचपन की ओर ले गई, क्योंकि हमारे छोटे से घर में एक कोने में ये सारी चीजें रहती थी और हमारी मां आर्थिक उपार्जन को ध्यान में रखते हुए जब भी समय मिलता था वो सूत काटने के लिए बैठती थी।
ਤੇ ਹੁਣ ਵਾਰੀ ਅੱਜ ਦੇ ਸਵਾਲ ਦੇ ਜਵਾਬ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ ਸੀ? ਇਹ ਸਵਾਲ ਅਸੀਂ ਪੁੱਛਿਆ ਸੀ। ਆਪਸ਼ਨਸ 4 ਸੀ, 1601, 1603, 1604 ਤੇ 1607। ਤਾਂ ਇਸ ਦਾ ਜਵਾਬ ਇਹ ਹੈ ਕਿ 1604 ਈਸਵੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ, ਜਿਸ ਨੂੰ ਹੁਣ ਧੂਮ-ਧਾਮ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸੋ ਪਹਿਲਾ ਪ੍ਰਕਾਸ਼ 1604 ਦੇ ਵਿੱਚ ਹੋਇਆ ਸੀ। ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਹੋਣ ਦਾ ਮਾਣ ਬਖਸ਼ਿਆ ਸੀ। ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਆਦਿ ਗ੍ਰੰਥ ਕਰਕੇ ਜਾਣਿਆ ਜਾਂਦਾ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਦੀ ਸੰਪਾਦਨਾ ਕਰਵਾਈ। ਸੰਪਾਦਨਾ ਦਾ ਕਾਰਜ 1601 ਚ ਸ਼ੁਰੂ ਹੋਇਆ ਤੇ 1604 ਦੇ ਵਿੱਚ ਸੰਪੂਰਨ ਹੋਇਆ। ਭਾਈ ਗੁਰਦਾਸ ਜੀ ਨੇ ਇਸ ਕਾਰਜ ਲਈ ਲਿਖਾਰੀ ਵਜੋਂ ਸੇਵਾ ਨਿਭਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਚ 6 ਗੁਰੂ ਸਾਹਿਬਾਨ, 15 ਭਗਤਾਂ, 4 ਗੁਰੂ ਘਰ ਦੇ ਸ਼ਰਧਾਲੂਆਂ ਦੀ ਬਾਣੀ ਦਰਜ ਹੈ ਤੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਤੇ ਗੱਲ ਕਰ ਲੈਂਦੇ ਅੱਜ ਦੇ ਦਿਨ ਦੇ ਇਤਿਹਾਸ ਦੀ। 27 ਅਗਸਤ ਦਾ ਇਤਿਹਾਸ ਦੁਨੀਆ ਦੇ ਪਹਿਲੇ ਜੈਟ ਦੀ ਪਹਿਲੀ ਉਡਾਨ ਸੀ। 27 ਅਗਸਤ ਦਾ ਇਤਿਹਾਸ ਇੱਕ ਵੱਡੇ ਆਵਿਸ਼ਕਾਰ ਦਾ ਇਤਿਹਾਸ ਹੈ, ਇੱਕ ਵੱਡੀ ਖੋਜ ਦਾ ਇਤਿਹਾਸ ਹੈ। ਅੱਜ ਦੀ ਦੇ ਦਿਨ ਹੀ ਦੁਨੀਆ ਨੂੰ ਪਹਿਲਾ ਜੈਟ 에ਅਰਕ੍ਰਾਫਟ ਮਿਲਿਆ ਸੀ। ਹਾਈਕਲ ਨਾਮ ਦੇ ਜਰਮਨ ਵਿਗਿਆਨੀ ਨੇ ਇਸ ਨੂੰ ਤਿਆਰ ਕੀਤਾ ਸੀ। ਉਹਨਾਂ ਦੇ ਨਾਮ ਨਾਲ ਇਸ ਪਹਿਲੇ ਜੈਟ ਦਾ ਨਾਮ ਵੀ ਹਾਈਕਲ ਰੱਖਿਆ ਗਿਆ ਸੀ। 27 ਅਗਸਤ 1939 ਨੂੰ ਇਸ ਜੈਟ ਨੇ ਆਪਣੀ ਪਹਿਲੀ ਉਡਾਨ ਭਰੀ ਸੀ। ਤੇ ਸਾਡੀ ਇਸ ਖਾਸ ਪੇਸ਼ਕਸ਼ ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।